ਧਰਮਾਂ ਦੀ ਤਰ੍ਹਾਂ ਗੁਰਦੁਆਰਾ ਸਿਰਫ ਪੂਜਾ ਸਥਾਨ ਨਹੀਂ ਹੈ। ਗੁਰਦੁਆਰਾ ਧਾਰਮਿਕ ਸਮਾਜਿਕ ਅਦਾਰਾ ਹੈ ਸਾਡੀਆਂ ਜਿੰਨੀਆਂ ਸਮਾਜਿਕ ਪ੍ਰੋਬਲਮਸ ਨੇ ਉਹ ਵੀ ਗੁਰਦੁਆਰੇ ਇੰਸਟੀਟਿਊਸ਼ਨ ਤੋਂ ਸੋਲਵ ਹੁੰਦੀਆਂ ਨੇ। ਤੂੰ ਸਿੱਖਾਂ ਨੂੰ ਖਤਮ ਕਰਨਾ ਹੈ, ਜੇ ਤੂੰ ਸਿੱਖਾਂ ਨੂੰ ਨਿਸਤੋ ਨਾਬੂਦ ਕਰਨਾ ਹੈ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਦੇ, ਇਹਨਾਂ ਨੂੰ ਦਰਬਾਰ ਸਾਹਿਬ ਤੋਂ ਦੂਰ ਕਰ ਦਿਓ। ਅਗਰ ਹੁਣ 5 ਸਟਾਰ ਹੋ ਗਏ, ਗੁਰਦੁਆਰਿਆਂ ਦੀਆਂ ਜਿਹੜੀਆਂ ਲੰਗਰ ਹਾਲ ਬਣਾਏ ਨੇ ਉਹ 5 ਸਟਾਰ ਬਣਾ ਦਿੱਤੇ, ਕੁੱਕਰ ਰੱਖ ਲਏ, ਭਾਂਡੇ ਧੋਣ ਦੀਆਂ ਮਸ਼ੀਨਾਂ ਰੱਖ ਲਈਆਂ, ਜਿਹੜੀ ਉਹ ਸੇਵਾ ਦਾ ਕਨਸੈਪਟ ਹੈ ਉਹ ਕਿੱਥੇ ਜਾਏਗਾ। ਬੜੇ ਹੀ ਚਲਾਕੀ ਨਾਲ, ਇੰਟੈਲੀਜੈਂਸੀ ਨਾਲ ਸਾਡੇ ਬੱਚਿਆਂ ਨੂੰ ਆਪਣੀ ਮਾਂ ਭਾਸ਼ਾ ਤੋਂ ਦੂਰ ਕੀਤਾ ਜਾ ਰਿਹਾ ਹੈ। ਸਾਡੇ ਬੱਚਿਆਂ ਨੂੰ ਧਰਮ ਦੀ ਉਹ ਗੁਰਮਤ ਉਹ ਦੱਸੀ ਜਾ ਰਹੀ ਹੈ ਜਿਹੜੀ ਗੁਰਮਤ ਦੇ ਖਿਲਾਫਤ ਹੈ। ਇਸੇ ਲਈ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾਇਆ ਸੀ। ਇਸੇ ਲਈ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਉਸੇ ਤਰ੍ਹਾਂ ਸੰਭਾਲ ਕੇ ਰੱਖੀਆਂ ਨੇ ਔਰ ਅਸੀਂ ਸਭ ਕੁਝ ਬਦਲਦੇ ਜਾ ਰਹੇ ਹਾਂ। ਅਸੀਂ ਆਪਣੀ ਜਨਰੇਸ਼ਨ ਨੂੰ ਕੀ ਜਵਾਬ ਦੇਵਾਂਗੇ? ਜਨਰੇਸ਼ਨ ਤਾਂ ਉਹੀ ਕਰੇਗੀ ਜੋ ਹੁਣ ਦੇਖ ਰਹੀ ਹੈ। ਤੋਂ 75,000 ਬੰਦੇ ਗ੍ਰਿਫਤਾਰ ਹੋਏ, ਗ੍ਰਿਫਤਾਰੀਆਂ ਦਿੱਤੀਆਂ ਕਿ ਸਾਨੂੰ ਐਕਟ ਦਿਓ। ਅਸੀਂ ਐਕਟ ਮੰਗ ਕੇ ਲਿਆ, ਸਾਡੇ ਸਿਆਣਿਆਂ ਨੇ, ਸਾਡੇ ਵੱਡੇ ਵਡੇਰਿਆਂ ਨੇ। ਗੁਰਦੁਆਰਾ ਇੱਕ ਆਤਮਿਕ ਸ਼ਾਂਤੀ ਦਾ ਸੋਮਾ ਤਾਂ ਹੈ ਹੀ ਹੈ। ਗੁਰਦੁਆਰਾ ਭੁੱਖੇ ਲਈ ਅੰਨਾਪੂਰਨ ਹੈ, ਲੰਗਰ। ਹੁਣ ਤਾਂ ਐਸੇ ਕਰੈਕਟਰ ਕਿਰਦਾਰ ਮੈਂਬਰ ਬਣ ਗਏ ਨੇ ਜਿਨ੍ਹਾਂ ਨੂੰ ਗੁਰਮਤ ਦਾ ABC ਨਹੀਂ ਪਤਾ। ਜਿਹੜਾ ਹੁਣ ਮੌਜੂਦਾ ਕਮੇਟੀ ਹੈ, ਇਹਨਾਂ ਨੂੰ ਕੁਝ ਲੈਣਾ ਦੇਣਾ ਨਹੀਂ ਹੈ ਕਿ ਗੁਰਦੁਆਰੇ ਦੇ ਅੰਦਰ ਕਿਵੇਂ ਕਥਾ ਹੋ ਰਹੀ ਹੈ, ਕੌਣ ਕਥਾ ਕਰ ਰਹੀ ਹੈ, ਕਿਸ ਵਿਸ਼ੇ 'ਤੇ ਹੋਣੀ ਚਾਹੀਦੀ ਹੈ, ਕੀਰਤਨ ਕਿਵੇਂ ਹੋਣਾ ਚਾਹੀਦਾ, ਕਿਸ ਨੇ ਆਸਾ ਕੀ ਵਾਰ ਕਰਨੀ ਹੈ, ਕਿ ਹੁਣ ਕੌਣ ਡਿਜ਼ਰਵ ਕਰਦਾ ਕਿ ਆਸਾ ਕੀ ਵਾਰ ਉਹ ਇਹ ਕਰਨ। ਗੁਰਦੁਆਰਾ ਵਿਦਿਆਰਥੀ ਲਈ ਪਾਠਸ਼ਾਲਾ ਹੈ, ਸਕੂਲ। ਗੁਰਦੁਆਰਾ ਰੋਗੀ ਲਈ ਦਵਾਖਾਨਾ ਹੈ, ਹਸਪੀਟਲ, ਡਿਸਪੈਂਸਰੀਜ਼। ਔਰ ਉਹਨਾਂ ਨੇ ਆ ਕੇ ਪੂਰੇ ਸਿਸਟਮ ਨੂੰ ਜੋ ਹੈ ਉਹ ਇੱਕਦਮ ਚੇਂਜ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਸਿੰਘ ਨਿਊਜ਼ ਚੈਨਲ 'ਚ ਦੇਖਣ ਵਾਲੀ ਸੰਗਤਾਂ ਦਾ ਸਵਾਗਤ ਹੈ। ਤੁਹਾਡਾ ਦਾਸ ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ 44 ਵਾਰਡ ਤੋਂ ਹਰਿੰਦਰਪਾਲ ਸਿੰਘ ਜੀ। ਤੁਹਾਡਾ ਚੈਨਲ 'ਚ ਸਵਾਗਤ ਹੈ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਜਿੱਦਾਂ ਪਤਾ ਦਿੱਲੀ ਕਮੇਟੀ ਦੇ ਇਲੈਕਸ਼ਨ ਦੀ ਦੁਆਰਾ ਗੱਲਬਾਤ ਹੋ ਰਹੀ ਹੈ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਨਹੀਂ, ਇਹ ਤਾਂ ਇੱਕ ਹਰ 4 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਲੈਕਸ਼ਨ ਹੁੰਦੇ ਨੇ। ਜਿਹੜਾ ਦਿੱਲੀ ਗੁਰਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਉਸ ਐਕਟ ਵਿੱਚ ਇਹ ਹੈ ਕਿ 4 ਸਾਲ ਬਾਅਦ ਨਵਾਂ ਜਰਨਲ ਹਾਊਸ ਬਣੇਗਾ, ਨਵੇਂ ਇਲੈਕਸ਼ਨ ਹੋਣਗੇ ਔਰ ਨਵੇਂ ਮੈਂਬਰ ਆਉਣਗੇ, ਫਿਰ ਇਲੈਕਸ਼ਨ ਹੋਏਗਾ। ਉਸ ਹਿਸਾਬ ਇੱਕ ਸਰਕਾਰੀ ਐਕਟ ਦੇ ਅਨੁਸਾਰ ਇਲੈਕਸ਼ਨ ਹੋ ਰਿਹਾ। ਤਾਂ ਤੁਹਾਨੂੰ ਜਿੱਦਾਂ ਪਹਿਲੇ ਪੋਸਟਪੋਨ ਹੋ ਗਏ ਸੀ ਇਲੈਕਸ਼ਨ ਕਰੋਨਾ ਦਾ ਕਾਲ ਦੇ ਵਿੱਚ, ਦੁਬਾਰਾ ਇਲੈਕਸ਼ਨ ਦੀ ਗੱਲਬਾਤ ਛਿੜ ਰਹੀ ਹੈ ਹੁਣ ਦੁਬਾਰਾ ਦਿੱਲੀ ਕਮੇਟੀ 'ਚ, ਉਹਦੇ ਬਾਰੇ ਕੀ? ਨਹੀਂ, ਉਹ ਤਾਂ ਸੰਵਿਧਾਨਕ ਇੱਕ ਕ੍ਰਾਈਸਿਸ ਆ ਜਾਣਾ ਸੀ। ਅਸਲ ਵਿੱਚ ਤਾਂ ਪੂਰੇ 4 ਸਾਲ ਬਾਅਦ ਇੱਕ ਦਿਨ ਵੀ ਲੇਟ ਨਹੀਂ ਹੋ ਸਕਦਾ। ਹੁਣ ਕਿਉਂਕਿ ਇਹ ਇੱਕ ਐਸੀ ਮਹਾਮਾਰੀ ਆਈ ਸੀ ਕਰੋਨਾ ਦੀ, ਇਸ ਵਿੱਚ ਐਕਟ ਵਿੱਚ ਇੱਕ ਪ੍ਰਾਵਧਾਨ ਹੈ ਕਿ ਗਵਰਨਰ ਜਿਹੜਾ ਹੈ 2 ਮਹੀਨੇ ਲਈ ਇਲੈਕਸ਼ਨ ਨੂੰ ਡਿਲੇ ਕਰ ਸਕਦਾ ਹੈ। ਤਾਂ ਉਹ ਗਵਰਨਰ ਨੇ ਆਪਣੇ ਅਧਿਕਾਰ ਨਾਲ ਉਹ 2 ਮਹੀਨੇ ਕੀਤੇ ਜਿਹੜੇ 29 ਅਗਸਤ ਨੂੰ ਖਤਮ ਹੋ ਜਾਣੇ ਸੀ। ਅਗਰ 29 ਅਗਸਤ ਤੱਕ ਇਲੈਕਸ਼ਨ ਨਹੀਂ ਹੁੰਦੇ ਤਾਂ ਇਹ ਕਮੇਟੀ ਕੰਮ ਨਹੀਂ ਸੀ ਕਰ ਸਕਦੀ, ਫਿਰ ਕੋਈ ਨਾ ਕੋਈ ਸਰਕਾਰੀ ਰਿਸੀਵਰ ਲਗਾਉਣਾ ਪੈਣਾ ਸੀ। ਇਸ ਲਈ ਉਹਨਾਂ ਨੇ 18 ਜੁਲਾਈ ਦੀ ਇੱਕ ਡੇਟ ਜਿਹੜੀ ਹੈ ਉਹ ਜੋ ਸੁਣਨ ਵਿੱਚ ਆ ਰਹੀ ਹੈ, ਨੋਟੀਫਿਕੇਸ਼ਨ ਤਾਂ ਜੇ ਨਹੀਂ ਹੋਇਆ, ਪਰ ਜਿਹੜੀ ਗੱਲ ਆ ਰਹੀ ਹੈ ਬਾਹਰ ਕਿ ਉਹ 18 ਜੁਲਾਈ ਨੂੰ ਇਲੈਕਸ਼ਨ ਹੋ ਰਹੇ ਨੇ। ਤਾਂ ਇਹ ਤਾਂ ਇੱਕ ਜਦੋਂ ਪੂਰੀ ਕਮੇਟੀ ਹੀ ਕਿਸੇ ਐਕਟ ਦੇ ਨਾਲ, ਪਾਰਲੀਮੈਂਟ ਦੇ ਐਕਟ ਨਾਲ ਬਣੀ ਹੈ ਤੇ ਉਹ ਤਾਂ ਫਿਰ ਸਾਨੂੰ ਉਸ ਐਕਟ ਨਾਲ ਚੱਲਣਾ ਹੀ ਪੈਣਾ ਔਰ ਹੋਣੇ ਵੀ ਚਾਹੀਦੇ ਸੀ, ਕਿਉਂ ਨਹੀਂ ਹੋਣੇ ਚਾਹੀਦੇ ਸੀ। ਵੈਸੇ ਕਿਸੇ ਵੀ ਤਰ੍ਹਾਂ ਵਿੱਚ ਇਲੈਕਸ਼ਨ ਨਹੀਂ ਹੁੰਦੇ, ਸਾਡੀ ਗੁਰਦੁਆਰਾ ਕਮੇਟੀ ਦੇ ਵਿੱਚ ਇਲੈਕਸ਼ਨ ਕਿਉਂ ਹੁੰਦੇ ਨੇ? ਦੇਖੋ, ਇਹਦਾ ਇੱਕ ਇਤਿਹਾਸ ਹੈ। ਇਹ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਉੱਥੇ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ। ਉਹ ਵੀ ਅਸੀਂ ਬੜੀ ਜਦੋਜਹਿਦ ਕਰਕੇ ਅੰਗਰੇਜ਼ਾਂ ਤੋਂ ਕਮੇਟੀ ਬਣਵਾਈ ਸੀ ਔਰ ਦਿੱਲੀ ਵਿੱਚ ਵੀ ਮੋਰਚੇ ਲੱਗੇ ਸੀ ਕਿਉਂਕਿ ਮਹੰਤਗਿਰੀ ਜਿਹੜੀ ਸੀ, ਇਹਦੇ ਨਾਲ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਜਿਹੜਾ 1920 ਵਿੱਚ, ਜਿੱਥੇ 200-250 ਬੰਦੇ ਮਾਰ ਦਿੱਤੇ ਗਏ। ਉੱਥੇ ਮਨਮਤੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਲਈ ਔਰ ਗੁਰਮਤ ਵਿੱਚ ਵੀ ਪੰਚ ਪ੍ਰਧਾਨੀ ਹੈ। ਤੋ ਇੱਕ ਹੁੰਦਾ ਸਿਲੈਕਸ਼ਨ, ਇੱਕ ਹੁੰਦਾ ਇਲੈਕਸ਼ਨ। ਸਿਲੈਕਸ਼ਨ ਦੇ ਵਿੱਚ ਵੀ ਬੜੀਆਂ ਕਮੀਆਂ ਆ ਸਕਦੀਆਂ ਨੇ। ਕੋਈ ਐਸਾ ਬੰਦਾ ਸਿਲੈਕਟ ਹੋ ਜਾਏ
ਉਹ ਫਿਰ ਉਹ ਬੰਦਾ ਜਿਹੜਾ ਗੁਰਮਤ ਨੂੰ ਨਾ ਜਾਣਦਾ ਹੋਵੇ ਉਹ ਬੜੀਆਂ ਉਹਦੇ ਵਿੱਚ ਖਾਮੀਆਂ ਕਰ ਸਕਦਾ ਹੈ ਪੂਰੇ ਸਿਸਟਮ ਦੇ ਵਿੱਚ। ਔਰ ਇਲੈਕਸ਼ਨ ਇੱਕ ਬਹੁਤ ਹੀ ਮੈਂ ਸਮਝਦਾ ਕਿ ਇੱਕ ਆਈਡੀਅਲ ਪ੍ਰੋਸੈਸ ਹੈ, ਹੋਣਾ ਚਾਹੀਦਾ, ਲੇਕਿਨ ਉਸ ਲਈ ਬੜਾ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆਉਣੀ ਚਾਹੀਦੀ ਹੈ। ਹੁਣ ਅਸੀਂ ਇੱਕ ਮਿਨੋਰਟੀ ਕਮਿਊਨਿਟੀ ਹਾਂ। ਸਾਡੇ ਜਿਹੜੇ ਗੁਰਦੁਆਰੇ ਨੇ ਇਹ ਸਾਡੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਦੀ ਜਿਹੜੀ ਰਹਿਤ ਮਰਿਆਦਾ ਹੋਵੇ, ਉੱਥੋਂ ਦਾ ਸਾਰਾ ਜਿਹੜਾ ਮੈਨੇਜਮੈਂਟ ਹੈ ਇਹ ਬਹੁਤ ਵੱਡਾ ਮੈਨੇਜਮੈਂਟ ਹੈ। ਮੈਂ ਅੱਜ ਵੀ ਸਵੇਰੇ ਬੋਲਦੇ ਦੱਸਿਆ ਸੀ ਕਿ ਗੁਰਦੁਆਰਾ ਪ੍ਰਬੰਧ ਹੈ ਕਿ ਤੇ ਭਾਈ ਕਾਹਨ ਸਿੰਘ ਨਾਭਾ ਨੇ ਉਸ ਗੁਰਦੁਆਰੇ ਪ੍ਰਬੰਧ ਨੂੰ ਬਿਲਕੁਲ ਉਹਦੇ 'ਚ ਬੜਾ ਡੈਫੀਨੇਸ਼ਨ ਉਹਨੇ ਕਮਾਲ ਦੀ ਕਹੀ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਇੱਕ ਆਤਮਿਕ ਸ਼ਾਂਤੀ ਦਾ ਸੋਮਾ ਤਾਂ ਹੈ ਹੀ ਹੈ। ਗੁਰਦੁਆਰਾ ਭੁੱਖੇ ਲਈ ਅੰਨਾਪੂਰਨ ਹੈ, ਲੰਗਰ। ਗੁਰਦੁਆਰਾ ਵਿਦਿਆਰਥੀ ਲਈ ਪਾਠਸ਼ਾਲਾ ਹੈ, ਸਕੂਲ। ਗੁਰਦੁਆਰਾ ਰੋਗੀ ਲਈ ਦਵਾਖਾਨਾ ਹੈ, ਹੌਸਪੀਟਲ, ਡਿਸਪੈਂਸਰੀਜ਼। ਔਰ ਯਾਤਰੀ ਲਈ ਯਾਤਰੀ ਨਿਵਾਸ ਹੈ। ਤਾਂ ਗੁਰਦੁਆਰਾ ਇੱਕ ਪੈਕੇਜ ਹੈ ਪੂਰਾ। ਦੂਸਰੇ ਧਰਮਾਂ ਦੀ ਤਰ੍ਹਾਂ ਗੁਰਦੁਆਰਾ ਸਿਰਫ ਪੂਜਾ ਸਥਾਨ ਨਹੀਂ ਹੈ। ਗੁਰਦੁਆਰਾ ਧਾਰਮਿਕ ਸਮਾਜਿਕ ਅਦਾਰਾ ਹੈ ਸਾਡਾ। ਸਾਡੀਆਂ ਜਿੰਨੀਆਂ ਸਮਾਜਿਕ ਪ੍ਰੋਬਲਮਸ ਨੇ ਉਹ ਵੀ ਗੁਰਦੁਆਰੇ ਇੰਸਟੀਟਿਊਸ਼ਨ ਤੋਂ ਸੋਲਵ ਹੁੰਦੀਆਂ ਨੇ। ਧਾਰਮਿਕ ਤਾਂ ਹੈ ਹੀ ਹੈ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਹੈ। ਇਸ ਲਈ ਇੱਕ ਚੰਗੇ ਨਿਜ਼ਾਮ ਨੂੰ ਲਿਆਉਣ ਲਈ ਉਹ ਜਿਹੜੇ ਸਾਡਾ ਇਤਿਹਾਸਿਕ ਤੌਰ 'ਤੇ ਗੁਰਦੁਆਰਿਆਂ ਦੇ ਵਿੱਚ ਇਤਨੇ ਜ਼ੁਲਮ ਹੋਏ, ਮਹੰਤਾਂ ਨੇ ਇਤਨੇ ਜ਼ੁਲਮ ਕੀਤੇ ਜਿਹੜੇ ਗੁਰਦੁਆਰਿਆਂ 'ਤੇ ਕਾਬਜ਼ ਹੋ ਗਏ। ਇੱਥੋਂ ਤੱਕ ਹੋਇਆ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਮਹੰਤਗਿਰੀ ਸੀ ਔਰ ਉੱਥੇ ਛੋਟੀ ਜਾਤਾਂ ਦੇ ਪ੍ਰਸ਼ਾਦ ਵੀ ਐਕਸੈਪਟ ਨਹੀਂ ਕੀਤੇ ਜਾਂਦੇ ਸੀ। ਇਸ ਤਰ੍ਹਾਂ ਦਾ ਹਿੱਸਾ ਇੱਕ ਟਾਈਮ ਦਰਬਾਰ ਸਾਹਿਬ ਦਾ ਵਿੱਚ ਵੀ ਹੋ ਗਿਆ ਸੀਗਾ। ਤਾਂ ਉਸ ਲਈ ਅਸੀਂ 1921 ਵਿੱਚ 1920-21 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਅੰਗਰੇਜ਼ਾਂ ਤੋਂ ਲਈ ਔਰ ਬੜੀ ਜਦੋਜਹਿਦ ਕਰਕੇ ਲਈ। ਔਰ ਇੱਥੇ ਦਿੱਲੀ ਵਿੱਚ 1979 ਵਿੱਚ ਪਹਿਲੀ ਵਾਰ, ਸ਼ਾਇਦ 1975 ਵਿੱਚ ਪਹਿਲੀ ਵਾਰ ਇਲੈਕਸ਼ਨ ਹੋਇਆ ਔਰ ਐਕਟ ਲਿਆ ਔਰ ਲਗਭਗ 70 ਤੋਂ 75 ਹਜ਼ਾਰ ਬੰਦੇ ਗ੍ਰਿਫਤਾਰ ਹੋਏ। ਗ੍ਰਿਫਤਾਰੀਆਂ ਦਿੱਤੀਆਂ ਕਿ ਸਾਨੂੰ ਐਕਟ ਦਿਓ। ਅਸੀਂ ਐਕਟ ਮੰਗ ਕੇ ਲਿਆ, ਸਾਡੇ ਸਿਆਣਿਆਂ ਨੇ, ਸਾਡੇ ਵੱਡੇ ਵਡੇਰਿਆਂ ਨੇ, ਪਰ ਉਸ ਨੂੰ ਅਸੀਂ ਸਿਸਟਮ ਨੂੰ ਅਸੀਂ ਇੱਕ ਚੰਗੇ ਤਰੀਕੇ ਚਲਾਉਣ ਵਿੱਚ ਨਾਕਾਮਯਾਬ ਹਾਂ। ਇਹ ਐਕਟ ਦੀ ਰਿਸਪੌਂਸੀਬਲ ਨਹੀਂ ਹੈ, ਐਕਟ ਦੀ ਨਹੀਂ ਹੈਗੀ। ਇਹ ਕਿੱਥੇ ਨਾ ਕਿੱਥੇ ਸਾਡੇ ਜਿਹੜੇ ਸੰਗਤ ਵਿੱਚ ਅਸੀਂ ਪੂਰੀ ਜਿਹੜੀ ਹੈ ਅਵੇਅਰਨੈਸ, ਜਿਹਨੂੰ ਕਹਿੰਦੇ ਚੇਤਨਾ, ਉਹ ਚੇਤਨਾ ਨਹੀਂ ਅਸੀਂ ਪਾ ਸਕੇ ਕਿ ਕਿਹੋ ਜਿਹੇ ਕੈਂਡੀਡੇਟ ਨੂੰ ਵੋਟ ਦੇਣਾ ਚਾਹੀਦਾ ਹੈ, ਇੱਕ ਮੈਂਬਰ ਕਿਹੋ ਜਿਹਾ ਹੋਣਾ ਚਾਹੀਦਾ, ਉਹਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਚਾਲ ਚਲਨ ਕੀ ਹੋਣਾ ਚਾਹੀਦਾ, ਉਹਦੀ ਐਜੂਕੇਸ਼ਨ ਕੀ ਹੋਣੀ ਚਾਹੀਦੀ ਹੈ। ਇਹ ਗੱਲ ਨੂੰ ਨਾ ਅਸੀਂ ਲੋਕਾਂ ਤੱਕ ਪਹੁੰਚਾ ਨਹੀਂ ਪਾਏ। ਹੁਣ ਤਾਂ ਐਸੇ ਕਰੈਕਟਰ ਕਿਰਦਾਰ ਮੈਂਬਰ ਬਣ ਗਏ ਨੇ ਜਿਨ੍ਹਾਂ ਨੂੰ ਗੁਰਮਤ ਦਾ ABC ਨਹੀਂ ਪਤਾ, ਸਿੱਖੀ ਦਾ ABC ਨਹੀਂ ਪਤਾ ਹੈ। ਉਹ ਲੋਕ ਆ ਗਏ ਔਰ ਉਹਨਾਂ ਨੇ ਆ ਕੇ ਪੂਰੇ ਸਿਸਟਮ ਨੂੰ ਜੋ ਹੈ ਉਹ ਇੱਕਦਮ ਚੇਂਜ ਕਰ ਦਿੱਤਾ। ਗੁਰਦੁਆਰਿਆਂ ਦੇ ਵਿੱਚ ਜੋ ਪ੍ਰਬੰਧ ਹੋਣੇ ਚਾਹੀਦੇ ਨੇ ਉਹ ਪ੍ਰਬੰਧ ਨਾ ਹੋ ਕੇ ਉਹਨਾਂ ਦੀ ਤਵੱਜੋ ਹੀ ਹੋਰ ਪਾਸੇ ਹੈ। ਉਹਨਾਂ ਦੀ ਤਵੱਜੋ ਰਾਜਨੀਤਿਕ ਐਂਬੀਸ਼ਨ ਹੈ। ਉਹਨਾਂ ਨੇ ਇੱਥੋਂ ਹੀ ਅੱਗੇ ਜਾ ਕੇ ਕਾਰਪੋਰੇਸ਼ਨ ਦਾ ਮੈਂਬਰ ਬਣਨਾ ਹੈ, ਇੱਥੋਂ ਹੀ MLA ਬਣਨਾ ਹੈ, ਮੈਂਬਰ ਪਾਰਲੀਮੈਂਟ ਬਣਨਾ ਹੈ। ਤਾਂ ਜਦੋਂ ਤੁਹਾਡੀ ਐਂਬੀਸ਼ਨ ਹੀ ਇਹ ਹੈਗੀ ਤਾਂ ਫਿਰ ਗੁਰਦੁਆਰੇ ਪ੍ਰਬੰਧ ਵਿੱਚ ਤੁਹਾਡਾ ਕੋਈ ਜੋ ਹੈ ਉਹ ਸੁਚਾਰੂ ਰੂਪ ਵਿੱਚ ਚੱਲੇ, ਤੁਹਾਡਾ ਕੋਈ ਇੰਟਰਸਟ ਹੀ ਨਹੀਂ। ਔਰ ਮੈਂ ਦਾਅਵੇ ਨਾਲ ਕਹਿਣਾ ਕਿ ਇਹ ਜਿਹੜਾ ਹੁਣ ਮੌਜੂਦਾ ਕਮੇਟੀ ਹੈ, ਇਹਨਾਂ ਨੂੰ ਕੁਛ ਲੈਣਾ ਦੇਣਾ ਨਹੀਂ ਹੈ ਕਿ ਗੁਰਦੁਆਰੇ ਦੇ ਅੰਦਰ ਕਿਵੇਂ ਕਥਾ ਹੋ ਰਹੀ ਹੈ, ਕੌਣ ਕਥਾ ਕਰ ਰਹੀ ਹੈ, ਕਿਸ ਵਿਸ਼ੇ 'ਤੇ ਹੋਣੀ ਚਾਹੀਦੀ ਹੈ, ਕੀਰਤਨ ਕਿਵੇਂ ਹੋਣਾ ਚਾਹੀਦਾ ਹੈ, ਕਿਸ ਨੇ ਆਸਾ ਕੀ ਵਾਰ ਕਰਨੀ ਹੈ, ਕਿ ਕੌਣ ਡਿਜ਼ਰਵ ਕਰਦਾ ਕਿ ਆਸਾ ਕੀ ਵਾਰ ਉਹ ਇਹ ਕਰਨ। ਸਭ ਕੁਝ ਜੋ ਹੈ ਇੱਕਦਮ ਇਹਨਾਂ ਨੇ ਸਿਸਟਮ ਹੀ ਬਦਲ ਦਿੱਤਾ, ਜਿਸ ਕਰਕੇ ਆਮ ਸੰਗਤ ਦੇ ਵਿੱਚ ਇਸ ਗੱਲ ਦਾ ਬੜਾ ਰੋਸ ਹੈ। ਜਿਹੜੇ ਰੋਜ਼ ਕੀਰਤਨ ਸੁਣਨ ਵਾਲੇ ਨੇ ਉਹਨਾਂ ਨੂੰ ਬੜਾ ਰੋਸ ਹੈ। ਮਤਲਬ ਇੱਕਦਮ ਆਪਾਧਾਪੀ ਹੋ ਗਈ। ਤੋ ਉਹ ਤੁਹਾਨੂੰ ਵੀ ਪਤਾ ਹੈ ਗੁਰਦੁਆਰਿਆਂ ਦੇ ਜਿਹੜੇ ਨਿਜ਼ਾਮ ਦੇ ਵਿੱਚ, ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ, ਗੁਰਦੁਆਰਿਆਂ ਦੇ ਜਿਹੜੇ ਜਦੋਂ ਤੁਸੀਂ ਮੱਥਾ ਟੇਕਣ ਜਾਂਦੇ ਹੋ ਸੰਗਤ ਨੂੰ ਕੀ ਪਰੇਸ਼ਾਨੀਆਂ ਹੋ ਰਹੀਆਂ ਨੇ। ਸੰਗਤ ਉੱਥੇ ਬੜੇ ਸੈਂਕੜੋਂ ਹਜ਼ਾਰਾਂ ਬੰਦੇ ਸਿਰਫ ਕੀਰਤਨ ਸੁਣਨ ਜਾਂਦੇ ਨੇ, ਉਹਨਾਂ ਨੂੰ ਜੋ ਸੁਣਨਾ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਮਿਲ ਪਾਉਂਦਾ। ਤੋ ਇਹ ਸਾਰੀਆਂ ਇਸ ਤਰ੍ਹਾਂ ਦੀਆਂ
ਪ੍ਰੋਬਲਮਸ ਜਿਹੜੀਆਂ ਕ੍ਰੀਏਟ ਹੋ ਗਈਆਂ, ਜਿਸ ਨਾਲ ਕਿ ਸਾਰਾ ਕੁਝ ਮੈਨੇਜਮੈਂਟ ਜਿਹੜਾ ਨਾ ਉਹਦਾ ਚਰਮਰਾ ਗਈ ਗੱਲ। ਤੋ ਇਲੈਕਸ਼ਨ ਹੋ ਰਹੇ ਨੇ, ਬੜੀ ਚੰਗੀ ਗੱਲ ਹੈ, ਸਾਨੂੰ ਇਸ ਗੱਲ 'ਤੇ ਸਵਾਗਤ ਕਰਨਾ ਚਾਹੀਦਾ। ਔਰ ਮੈਂ ਤੁਹਾਡੇ ਚੈਨਲ ਰਾਹੀਂ ਇਹ ਅਪੀਲ ਕਰਦਾ ਸਿੱਖ ਸੰਗਤ ਵਿੱਚ ਕਿ ਪਰਮਾਤਮਾ ਦੇ ਵਾਸਤੇ, ਰੱਬ ਦੇ ਵਾਸਤੇ ਚੇਤਨਾ ਲਿਆਓ, ਐਸੇ ਮੈਂਬਰ ਉੱਤੇ ਚੁਣ ਕੇ ਭੇਜੋ ਜਿਨ੍ਹਾਂ ਮੈਂਬਰਾਂ ਨੂੰ ਮੈਨੇਜਮੈਂਟ ਦੀ ਸਮਝ ਹੋਵੇ, ਜਿਨ੍ਹਾਂ ਮੈਂਬਰਾਂ ਨੂੰ ਸਿੱਖੀ ਦੀ ਸਮਝ ਹੋਵੇ, ਜਿਨ੍ਹਾਂ ਮੈਂਬਰਾਂ ਨੂੰ ਗੁਰਮਤ ਦੀ ਸਮਝ ਹੋਵੇ। ਕਿਉਂਕਿ ਇਹ ਮਸਲਾ ਜਿਹੜਾ ਹੈ ਇਹ ਸਿੱਧਾ ਸਾਡੀ ਹਸਤੀ ਤੇ ਹੋਂਦ ਨਾਲ ਹੈ। ਕਿਉਂਕਿ ਗੁਰਦੁਆਰੇ ਦੇ ਮੈਨੇਜਮੈਂਟ ਦੇ ਅੰਡਰ ਸਕੂਲ, ਕਾਲਜ, ਹਸਪੀਟਲ, ਲੰਗਰ ਸਿਸਟਮ ਇਹ ਸਾਰਾ ਚੱਲਦਾ ਹੈ। ਹੁਣ ਲੰਗਰ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ ਹੈ। ਪਿਛਲੇ 1 ਸਾਲ ਤੋਂ ਜੋ ਕੁਝ ਅਸੀਂ ਕਰ ਰਹੇ ਹਾਂ, ਲੰਗਰ ਦੀ ਮੈਂ ਭਾਈ ਕਾਹਨ ਸਿੰਘ ਨਾਭਾ ਦੀ ਡਿਕਸ਼ਨਰੀ 'ਚੋਂ ਮੈਂ ਪਰਿਭਾਸ਼ਾ ਦੇਖੀ। ਔਰ ਭਾਈ ਕਾਹਨ ਸਿੰਘ ਨਾਭਾ ਨੇ ਕਿਹਾ ਕਿ ਲੰਗਰ ਪਾਕਸ਼ਾਲਾ ਹੈ, ਰਸੋਈ ਘਰ ਹੈ, ਦਾਲ ਪ੍ਰਸ਼ਾਦਾ ਹੈ। ਲੰਗਰ ਹੁਣ 5 ਸਟਾਰ ਹੋ ਗਏ। ਗੁਰਦੁਆਰਿਆਂ ਦੀਆਂ ਜਿਹੜੀਆਂ ਲੰਗਰ ਹਾਲ ਬਣਾਏ ਨੇ ਉਹ 5 ਸਟਾਰ ਬਣਾ ਦਿੱਤੇ, ਕੁੱਕਰ ਰੱਖ ਲਏ, ਭਾਂਡੇ ਧੋਣ ਦੀਆਂ ਮਸ਼ੀਨਾਂ ਰੱਖ ਲਈਆਂ। ਜਿਹੜੀ ਉਹ ਸੇਵਾ ਦਾ ਕੰਸੈਪਟ ਹੈ ਉਹ ਕਿੱਥੇ ਜਾਏਗਾ? ਲੋਕ ਸਾਡੇ ਘਰ ਦੀਆਂ ਜਿਹੜੀਆਂ ਨੇ ਮਾਵਾਂ ਭੈਣਾਂ ਉਹ ਜਾਂਦੀਆਂ ਨੇ ਉੱਥੇ ਸੇਵਾ ਕਰਨ ਜਾਂਦੇ ਨੇ। ਸੇਵਾ ਕਰਨ ਦੀ ਗੱਲ ਨਹੀਂ, ਹਰ ਚੀਜ਼ ਜਿਹੜੀ ਹੈ ਉਹ ਟੈਕਨੋਲੋਜੀ ਨਾਲ ਉਹਨਾਂ ਨੇ ਕਰ ਦਿੱਤੀ। ਸਾਨੂੰ ਦੇਖੋ, ਧਰਮ ਉਹੀ ਵਿਗਸਦਾ, ਧਰਮ ਉਹੀ ਅੱਗੇ ਤੱਕ ਜਾਂਦਾ ਜਿਹੜਾ ਆਪਣੀ ਟ੍ਰੈਡੀਸ਼ਨਸ ਨੂੰ, ਸਿਧਾਂਤਾਂ ਨੂੰ ਆਪਣੇ ਕਾਇਮ ਰੱਖਦਾ। ਸਾਡੀ ਸਾਰੀ ਜਿਹੜੀ ਸੰਸਥਾ ਹੈ ਉਹਦਾ ਸਾਰੀ ਡੈਫੀਨੇਸ਼ਨ ਹੀ ਬਦਲ ਕੇ ਰੱਖ ਦਿੱਤੀ। ਲੰਗਰ ਦੇ ਵਿੱਚ ਪਤਾ ਨਹੀਂ ਕਿਹੜੀਆਂ ਆਈਟਮਾਂ ਆ ਗਈਆਂ। ਕਿ ਗੁਰੂ ਕਾਲ ਤੋਂ ਜਿਹੜੀਆਂ ਸਾਨੂੰ ਕੁਝ ਟ੍ਰੈਡੀਸ਼ਨਸ ਨੇ, ਤੁਸੀਂ ਚਲੇ ਜਾਓ ਇਜ਼ਰਾਈਲ, ਚਲੇ ਜਾਓ ਕ੍ਰਿਸਚੈਨਿਟੀ 'ਚ ਦੇਖ ਲਓ, ਹਜ਼ਾਰਾਂ ਸਾਲ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਉਸੇ ਤਰ੍ਹਾਂ ਸੰਭਾਲ ਕੇ ਰੱਖੀਆਂ ਨੇ। ਔਰ ਅਸੀਂ ਸਭ ਕੁਝ ਬਦਲਦੇ ਜਾ ਰਹੇ ਹਾਂ। ਅਸੀਂ ਆਪਣੀ ਜਨਰੇਸ਼ਨ ਨੂੰ ਕੀ ਜਵਾਬ ਦੇਵਾਂਗੇ? ਜਨਰੇਸ਼ਨ ਤਾਂ ਉਹੀ ਕਰੇਗੀ ਜੋ ਹੁਣ ਦੇਖ ਰਹੀ ਹੈ। ਜਨਰੇਸ਼ਨ ਲਈ ਤਾਂ ਲੰਗਰ ਇਹੀ ਹੈ। ਜਿਹੜਾ ਗੁਰੂ ਨਾਨਕ ਵਾਲੇ ਲੰਗਰ ਦੀ ਟ੍ਰੈਡੀਸ਼ਨ ਸੀ ਉਹ ਸਾਡੀ ਜਨਰੇਸ਼ਨ ਦੇ ਸਿਰ ਤੋਂ ਉੱਤੋਂ ਲੰਘ ਜਾਏਗਾ। ਮੇਰੀ ਵੱਡੀ ਚਿੰਤਾ ਇਹ ਹੈ, ਗੁਰਮਤ ਜਿਹੜੀ ਇਹ ਦੱਸ ਰਹੇ ਨੇ ਉਹ ਜਨਰੇਸ਼ਨ ਉਸੇ ਨੂੰ ਗੁਰਮਤ ਸਮਝੇਗੀ, ਜਿਹੜੀ ਕਿ ਗੁਰਮਤ ਬੜੀ ਕੁਝ ਹੋਰ ਹੈ। ਤੋ ਇਸ ਲਈ ਮੈਨੂੰ ਲੱਗਦਾ ਹੈ ਕਿ ਜਦ ਤੱਕ ਸੰਗਤ ਦੇ ਵਿੱਚ ਚੇਤਨਾ ਨਹੀਂ ਆਏਗੀ, ਅਵੇਅਰਨੈਸ ਨਹੀਂ ਆਏਗੀ, ਤਦ ਤੱਕ ਉਹ ਚੰਗਾ ਬੰਦਾ ਜਦ ਤੱਕ ਚੁਣ ਕੇ ਉੱਤੇ ਨਹੀਂ ਜਾਏਗਾ, ਤਦ ਤੱਕ ਇਹ ਚੇਂਜ ਹੋਣਾ ਨਹੀਂ। ਤੇ ਮੈਂ ਇਹ ਤੁਹਾਡੇ ਥਰੂ ਅਪੀਲ ਕਰਦਾ। ਇੱਕ ਕੁਐਸਚਨ ਮੇਰੇ ਕੋਲ ਹੈਗਾ। ਦਿੱਲੀ ਕਮੇਟੀ ਦੇ ਇਲੈਕਸ਼ਨ ਵਿੱਚ ਲੋਕ ਸਿੱਖ ਭਰਾਵਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਪਏ ਨੇ, ਸਭ ਕੁਝ ਕਰਦੇ ਨੇ, ਕਿਉਂ? ਮੈਂ ਤੁਹਾਨੂੰ ਇਹਦਾ ਜਵਾਬ ਆਲਰੇਡੀ ਦੇ ਚੁੱਕਿਆ। ਦੇਖੋ, ਜਦੋਂ ਐਂਬੀਸ਼ਨ ਰਾਜਨੀਤੀ ਹੋ ਜਾਏਗਾ ਕਿ ਗੁਰਦੁਆਰੇ ਦੇ ਇਲੈਕਸ਼ਨ ਲੜ ਕੇ ਮੈਂਬਰ ਬਣ ਕੇ ਮੇਰਾ ਜਿਹੜਾ ਏਮ ਹੈ ਉਹ ਤਾਂ ਹੈ ਮੈਂ ਕਿੱਥੇ ਹੋਰ ਜਾਣਾ, ਵੱਡਾ ਬਣਨਾ, ਰਾਜਨੀਤੀ ਜਾਣਾ, ਮੈਂ MLA ਬਣਨਾ, ਮੈਂ MP ਬਣਨਾ, ਮੈਂ ਕੁਝ ਹੋਰ ਚੀਜ਼ਾਂ ਲੈਣੀਆਂ ਨੇ। ਗੁਰਦੁਆਰੇ ਦਾ ਮੈਂਬਰ ਬਣਨ ਦਾ ਮਤਲਬ ਕੀ ਹੈ? ਸੇਵਾ। ਠੀਕ ਹੈ। ਜੇ ਮੈਂ ਇਹ ਲੈਣਾ ਹੈ ਕਿ ਮੈਂ ਇੱਥੋਂ ਪੈਸਾ ਕਮਾਉਣਾ ਹੈ, ਮੈਂ ਇਸ ਗੁਰਦੁਆਰੇ ਤੋਂ ਮੈਂ ਆਪਣਾ ਘਰ ਚਲਾਉਣਾ ਹੈ, ਤਾਂ ਫਿਰ ਇਹ ਗੱਲਾਂ ਤਾਂ ਕੱਢਣਗੇ ਨਾ। ਇਹ ਜਿੰਨੀ ਇਲਜ਼ਾਮਬਾਜ਼ੀ ਹੈ, ਇਲਜ਼ਾਮਬਾਜ਼ੀ ਤਾਂ ਹੀ ਹੋਏਗੀ। ਇਸ ਲਈ ਮੈਂ ਤੁਹਾਨੂੰ ਇੰਟਰਵਿਊ ਤੋਂ ਪਹਿਲੇ ਕਿਹਾ ਸੀ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ। ਇਹ ਤੁਹਾਡੇ ਲੋਕਾਂ ਦਾ, ਮੀਡੀਆ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਜ਼ਿੰਮੇਵਾਰੀ ਹੈ, ਫਰਜ਼ ਵੀ ਹੈ ਕਿ ਲੋਕਾਂ ਦੇ ਵਿੱਚ ਚੇਤਨਾ ਪਾਓ, ਕਿ ਉਹਨਾਂ ਬੰਦਿਆਂ ਨੂੰ ਭੇਜੋ ਤੇ ਜਿਨ੍ਹਾਂ ਨੂੰ ਬੋਲਣ ਦੀ ਤਹਿਜ਼ੀਬ ਹੋਵੇ, ਜਿਨ੍ਹਾਂ ਦੇ ਵਿੱਚ ਸਿੱਖੀ ਦਾ ਅੰਸ਼ ਹੋਵੇ। ਕੋਈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਬਾਣੀ ਤਾਂ ਇਹ ਕਹਿ ਰਹੀ ਹੈ ਸਾਨੂੰ। ਔਰ ਅਸੀਂ ਗੁਰਦੁਆਰੇ ਵਿੱਚ ਬੈਠ ਕੇ ਅਗਰ ਇਸ ਤਰ੍ਹਾਂ ਦੇ ਗੱਲਾਂ ਕਰਾਂਗੇ, ਤਕਲੀਫਦਾਇਕ ਹੈ, ਇਹਦੀ ਪੀੜਾ ਹੁੰਦੀ ਹੈ। ਪਰ ਕੀ ਕਰੀਏ, ਇੱਥੇ ਹੁਣ ਸਾਰਾ ਵਾਤਾਵਰਨ ਇਸ ਤਰ੍ਹਾਂ ਦਾ ਹੋ ਗਿਆ। ਇਸ ਵਾਤਾਵਰਨ ਨੂੰ ਬਦਲਣਾ ਤੇ ਸੰਗਤ ਨੂੰ ਅਵੇਅਰ ਹੋਣਾ ਪਏਗਾ। ਇੱਕ ਆਖਰੀ ਮੈਸੇਜ ਸੰਗਤ ਨੂੰ ਕੀ ਪਹੁੰਚਾਓਗੇ ਤੁਸੀਂ? ਇੱਕ ਆਖਰੀ ਮੈਸੇਜ ਬਸ ਤੁਸੀਂ, ਉਹ ਮੈਂ ਅੱਗੇ ਵੀ ਕਿੱਥੇ ਇੱਕ ਵਾਰ ਕਹੀ ਸੀ ਕਿ ਉਹ ਜਿਵੇਂ ਕੋਈ ਸਿੱਕਾ ਹੈ, ਉਹਦੀ ਇਹ ਖੋਟਾ ਹੈ ਕਿ ਅਸਲੀ ਹੈ, ਉਹਦੇ 'ਚ ਆਮ ਉਹਨੂੰ ਖੜਕਾ ਕੇ ਦੇਖਦੇ ਨੇ। ਮੈਂ ਸੰਗਤ ਨੂੰ ਅਪੀਲ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ, ਹੱਥ ਜੋੜ ਕੇ, ਕਿ ਇਹ ਇਲੈਕਸ਼ਨ ਸਾਡੀ
ਸਿੱਖੀ ਦੇ ਅਸੀਂ ਜਿਸ ਮੋੜ 'ਤੇ ਹਾਂ, ਸਿੱਖੀਜ਼ਮ ਐਟ ਕ੍ਰਾਸ ਰੋਡ ਹੈ, ਜਿਸ ਸਮੇਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਇਹ ਸਮਾਂ ਇਤਿਹਾਸਕ ਤੌਰ 'ਤੇ ਇੱਕ ਬੜਾ ਅਲੱਗ ਸਮਾਂ ਹੈ। ਔਰ ਬੜੇ ਬੜੇ ਸਾਡੇ ਨਾਲ ਜ਼ੁਲਮ ਹੋਏ, ਬੜੇ ਬੜੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਰੀਰਕ ਤੌਰ 'ਤੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਇੱਕ ਦਿਨ ਵਿੱਚ 50-50 ਹਜ਼ਾਰ ਬੰਦੇ ਸ਼ਹੀਦ ਕਰ ਦਿੱਤੇ ਗਏ। ਔਰ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਸੋਚਿਆ ਸੀ ਕਿ ਮੈਂ ਸਿੱਖਾਂ ਨੂੰ ਨੇਸਤੋ ਨਬੂਦ ਕਰਤਾ ਹੈ, ਔਰ ਪਰ ਫਿਰ ਸਿੱਖ ਖੜੇ ਹੋ ਗਏ, ਫਿਰ ਉਹਨੂੰ ਚੈਲੰਜ ਕਰਨ ਲੱਗ ਪਏ। ਤਾਂ ਅਹਿਮਦ ਸ਼ਾਹ ਅਬਦਾਲੀ ਦੇ ਐਡਵਾਈਜ਼ਰ ਨੇ ਉਹਨੂੰ ਇੱਕ ਵਾਰ ਕਿਹਾ ਸੀ, ਉਹਨੇ ਕਿਹਾ ਸੀ ਜੇ ਤੂੰ ਸਿੱਖਾਂ ਨੂੰ ਖਤਮ ਕਰਨਾ ਹੈ, ਜੇ ਤੂੰ ਸਿੱਖਾਂ ਨੂੰ ਨੇਸਤੋ ਨਾਬੂਦ ਕਰਨਾ ਹੈ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਦੇ, ਇਹਨਾਂ ਨੂੰ ਦਰਬਾਰ ਸਾਹਿਬ ਤੋਂ ਦੂਰ ਕਰ ਦਿਓ। ਇਸੇ ਲਈ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾਇਆ ਸੀ। ਇਸੇ ਲਈ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਹੁਣ ਜ਼ਹਿਨੀ ਸਰੀਰਕ ਤੌਰ 'ਤੇ ਤਾਂ ਖਤਮ ਕਰਨ ਵਾਲੀ ਗੱਲ, ਕਿਉਂਕਿ ਵਰਡ ਪੋਲਿਟਿਕਸ ਇਸ ਤਰ੍ਹਾਂ ਦੀ ਹੋ ਗਈ। ਹੁਣ ਉਹ ਇੱਕ ਜੈਨੋਸਾਈਡ ਹੁੰਦਾ, ਇੱਕ ਮੈਮੋਰੋਸਾਈਡ ਹੁੰਦਾ, ਕਿ ਸਾਡੇ ਮੈਮੋਰੋਸਾਈਡ ਹੁੰਦਾ ਇਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਨਾ, ਉਹ ਖਤਮ ਕਰ ਦਿਓ ਇਹਨਾਂ ਦੇ ਧਰਮ ਪ੍ਰਤੀ। ਬੜੇ ਹੀ ਚਲਾਕੀ ਨਾਲ, ਇੰਟੈਲੀਜੈਂਸੀ ਨਾਲ ਸਾਡੇ ਬੱਚਿਆਂ ਨੂੰ ਆਪਣੀ ਮਾਂ ਭਾਸ਼ਾ ਤੋਂ ਦੂਰ ਕੀਤਾ ਜਾ ਰਿਹਾ ਹੈ। ਸਾਡੇ ਬੱਚਿਆਂ ਨੂੰ ਧਰਮ ਦੀ ਉਹ ਗੁਰਮਤ ਉਹ ਦੱਸੀ ਜਾ ਰਹੀ ਹੈ ਜਿਹੜੀ ਗੁਰਮਤ ਦੇ ਖਿਲਾਫਤ ਹੈ। ਜਦੋਂ ਇਹੋ ਜਿਹੇ ਪ੍ਰਬੰਧਕ ਆ ਜਾਣਗੇ ਤਾਂ ਇਹੀ ਕੁਝ ਹੋਣਾ ਹੈ। ਔਰ ਜੇ ਜਨਰੇਸ਼ਨ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਨਰੇਸ਼ਨ ਗੁਰੂ ਨਾਲ ਜੁੜੇ, ਗੁਰਮਤ ਨਾਲ ਜੁੜੇ, ਤਾਂ ਫਿਰ ਵੋਟ ਖੜਕਾ ਕੇ ਦਿਓ। ਬੰਦੇ ਨੂੰ ਦੇਖ ਲਓ, ਇਹ ਨਾ ਦੇਖੋ ਕਿ ਇਹ ਮੇਰੀ ਜਾਤ ਦਾ ਹੈ, ਇਹ ਮੇਰਾ ਦੋਸਤ ਹੈ, ਮੇਰਾ ਰਿਸ਼ਤੇਦਾਰ ਹੈ। ਜੋ ਬੰਦਾ ਠੀਕ ਲੱਗਦਾ ਉਸ ਨੂੰ ਵੋਟ 'ਤੇ ਭੇਜੋ, ਤਾਂ ਕਿ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਸਿਰਫ ਮੈਂ ਫਿਰ ਕਹਾਂ ਕਿ ਸਮਾਜਿਕ ਵੀ, ਧਾਰਮਿਕ ਵੀ, ਰਾਜਨੀਤਿਕ ਪ੍ਰੋਬਲਮਸ ਵੀ ਜਿਹੜੀਆਂ ਨੇ, ਉਹ ਗੁਰਦੁਆਰਾ ਇੱਕ ਕੇਂਦਰ ਹੈ ਜਿੱਥੇ ਬੈਠ ਕੇ ਤੁਸੀਂ ਉਹਦਾ ਕੋਈ ਨਾ ਕੋਈ ਹੱਲ ਲੱਭ ਸਕਦੇ ਹੋ। ਔਰ ਇਹ ਹੱਲ ਤਾਂ ਮਿਲੇਗਾ ਜੇ ਉੱਥੇ ਕੋਈ ਸੋਚਵਾਨ ਵਾਲੇ ਲੋਕ, ਸੂਝਵਾਨ ਲੋਕ ਜਾਣਗੇ, ਜਿਹੜੇ ਸਿੱਖੀ ਨੂੰ ਸਮਝਦੇ ਹੋਣਗੇ, ਜਿਹੜੇ ਗੁਰਮਤ ਨੂੰ ਸਮਝਦੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।